मैं बिल्कुल नहीं रैकमेंड करता कि ਤੁਸੀਂ ਜੀਟੀਬੀ ਜਾਓ। ਐਡੀ ਵੱਡੀ ਇਗਨੋਰੈਂਸ ਇੱਕ ਪੇਸ਼ੈਂਟ ਨੂੰ ਲੈ ਕੇ ਕਿ ਉਹਦੀ ਲਾਈਫ ਖਤਰੇ 'ਚ ਆ ਜਾਵੇ, ਦੈਨ ਆਈ ਡੋਂਟ ਥਿੰਕ ਕਿ ਤੁਹਾਡੇ ਕੋਲ ਹਸਪੀਟਲ ਦਾ ਲਾਇਸੈਂਸ ਵੀ ਹੋਣਾ ਚਾਹੀਦਾ। ਇੱਦਾਂ ਦੀਆਂ ਮਿਸਟੇਕਸ ਨਹੀਂ ਹੁੰਦੀਆਂ ਹਸਪੀਟਲਸ ਦੇ ਵਿੱਚ। ਹੈਲੋ ਐਵਰੀਵਨ। ਸੋ ਜੇ ਤੁਸੀਂ ਵੀ ਆਪਣੇ ਹਸਪੀਟਲ ਦੇ ਡਿਫਿਕਲਟ ਐਕਸਪੀਰੀਅੰਸ ਨੂੰ ਹੋਰ ਡਿਫਿਕਲਟ ਬਣਾਉਣਾ ਚਾਹੁੰਦੇ ਹੋ ਤੇ ਜੀਟੀਬੀ ਮਸਟ ਵਿਜ਼ਿਟ ਕਰੋ, ਕਿਉਂਕਿ ਉਹਨਾਂ ਦੀ ਵਰਸ ਤੇ ਪੈਥੈਟਿਕ ਸਰਵਿਸ ਤੁਹਾਨੂੰ ਐਡਾ ਵਧੀਆ ਐਕਸਪੀਰੀਅੰਸ ਦੇਗੀ ਕਿ ਤੁਸੀਂ ਕਦੀ ਜ਼ਿੰਦਗੀ 'ਚ ਨਹੀਂ ਭੁੱਲੋਗੇ। ਔਰ ਤੁਸੀਂ ਜੇ ਹਰ ਵੇਲੇ ਇਹੀ ਪ੍ਰੇ ਕਰੋਗੇ ਕਿ ਹੇ ਰੱਬਾ ਤੂੰ ਮੈਨੂੰ ਇੱਥੇ ਕਿਉਂ ਲਿਆਇਆ। ਤੁਸੀਂ ਸੋਚ ਰਹੇ ਹੋਗੇ ਕਿ ਮੈਂ ਇੱਦਾਂ ਕਿਉਂ ਕਹਿ ਰਿਹਾ ਵਾਂ। ਇਹਦੀ ਵਜ੍ਹਾ ਇੱਕੋ ਹੀ ਹੈ, ਜੀਟੀਬੀ ਦੀ ਵਰਸ ਸਰਵਿਸ। ਮੇਰੀ ਵਾਈਫ ਬਵੀ, ਉਹਦੇ ਡਿਲੀਵਰੀ ਟਾਈਮ ਸੀ 16th of August। ਫਰੋਮ ਲਾਸਟ 9 months ਅਸੀਂ ਜੀਟੀਬੀ 'ਚ ਦਿਖਾ ਰਹੇ ਸੀਗੇ, ਕੋਈ ਇਸ਼ੂ ਨਹੀਂ ਆਇਆ। ਡਾਕਟਰ ਬੈਸਟ ਸੀ, ਬਹੁਤ ਅੱਛਾ ਐਕਸਪੀਰੀਅੰਸ ਸੀ, ਡਾਕਟਰ ਬਹੁਤ ਅੱਛੀ ਸੀ, ਠੀਕ ਹੈ। ਉਸ ਤੋਂ ਬਾਅਦ ਅਸੀਂ ਹੋਏ ਐਡਮਿਟ। ਉੱਥੋਂ ਦੀ ਸਾਡੀਆਂ ਪ੍ਰੋਬਲਮਸ ਸਟਾਰਟ ਹੋਈਆਂ। ਸਭ ਤੋਂ ਪਹਿਲੇ ਤੇ ਇੰਪੈਨਲ BSNL ਨਾਲ ਇੰਪੈਨਲਮੈਂਟ ਦੇ ਕਰਕੇ ਜਦੋਂ ਅਸੀਂ ਮੌਕੇ ਦੇ ਉੱਤੇ ਪਹੁੰਚੇ, ਅਸੀਂ ਆਪਣੇ ਵੱਲੋਂ ਸਾਰੇ ਡਾਕੂਮੈਂਟਸ ਲੈ ਕੇ ਗਏ ਸੀ। ਸਾਨੂੰ ਕਿਹਾ ਸਾਨੂੰ ਸਾਡੇ ਫਾਰਮ ਵਗੈਰਾ ਸਾਈਨ ਕਰਾਉਣ 'ਚ 2 ਘੰਟੇ ਲਗਾ ਦਿੱਤੇ। ਉਸ ਤੋਂ ਬਾਅਦ ਰੂਮ ਅਲਾਟ ਹੋਣਾ ਸੀ, ਸਾਨੂੰ ਰੂਮ ਨਹੀਂ ਅਲਾਟ ਕੀਤਾ ਗਿਆ। ਸਾਨੂੰ ਜਨਰਲ ਵਾਰਡ 'ਚ ਸ਼ਿਫਟ ਕਰ ਦਿੱਤਾ ਗਿਆ ਮੇਰੀ ਵਾਈਫ ਨੂੰ। ਉੱਥੇ ਅਸੀਂ 2 ਘੰਟੇ 3 ਘੰਟੇ ਬੈਠੇ। ਅਸੀਂ ਫਿਰ ਗੱਲ ਕੀਤੀ ਕਿ ਜੀ ਸਾਨੂੰ ਰੂਮ ਕਿਉਂ ਨਹੀਂ ਅਲਾਟ ਹੋਇਆ। ਸਾਡੀ ਇੰਪੈਨਲਮੈਂਟ ਦੇ ਵਿੱਚ ਕਲੀਅਰ ਲਿਖਿਆ ਹੋਇਆ ਵਾ ਕਿ ਜੀ ਤੁਸੀਂ ਰੂਮ ਅਲਾਟ ਕਰੋ, ਬਟ ਸਾਨੂੰ ਰੂਮ ਨਹੀਂ ਅਲਾਟ ਕੀਤਾ ਗਿਆ। ਉਹ ਸਰ ਵੇਟ ਅਸੀਂ ਕਰਦੇ ਹਾਂ, ਭੁੱਲ ਗਏ ਅਸੀਂ। ਇਹ ਭੁੱਲਣ ਵਾਲੀ ਚੀਜ਼ ਨਹੀਂ ਹੈਗੀ। ਮੈਨੂੰ ਪਤਾ ਨਹੀਂ ਕਿਉਂ ਇਹ ਮੇਰੀ ਸੋਚ ਹੈ, ਇੱਦਾਂ ਲੱਗਦਾ ਕਿ ਸ਼ਾਇਦ ਤੁਹਾਨੂੰ ਇੰਪੈਨਲਮੈਂਟ ਦੇ ਵਿੱਚ ਪੈਕੇਜ ਰੇਟ ਸਿਰਫ 16,000 ਮਿਲਣਾ ਸੀ, ਇਸ ਕਰਕੇ ਤੁਸੀਂ ਰੂਮ ਨਹੀਂ ਦਿੱਤਾ। ਫਸਟ ਫਲੋਰ 'ਤੇ ਜਨਰਲ ਵਾਰਡ ਸੀਗਾ, ਗਰਾਊਂਡ ਫਲੋਰ 'ਤੇ ਕਾਰਪੋਰੇਟ ਸੈੱਲ ਸੀ। 4 ਵਾਰ ਮੈਂ ਹੋ ਕੇ ਆਇਆ, 7 ਘੰਟਿਆਂ ਦੇ ਵਿੱਚ ਸਾਨੂੰ ਰੂਮ ਅਲਾਟ ਹੋਇਆ। ਇੰਨੀ ਜ਼ਿਆਦਾ ਖੱਜਲ ਖਰਾਬੀ। ਉਸ ਤੋਂ ਬਾਅਦ ਰੂਮ ਦੇ ਵਿੱਚ ਅਸੀਂ ਸਮਾਨ ਵਗੈਰਾ ਆਪਣਾ ਰੱਖਿਆ। ਵਾਈਫ ਦਾ ਮੇਰੀ ਦਾ ਆਪਰੇਟ ਹੋਇਆ ਸੀ, ਸੋ ਅਜੇ ਗਾਇਨੀ ਵਾਰਡ ਦੇ ਵਿੱਚ ਸੀਗੀ ਤੇ ਰੂਮ 'ਚ ਵਿੱਚ ਉਹਨਾਂ ਨੇ 2-3 ਘੰਟੇ ਬਾਅਦ ਸ਼ਿਫਟ ਕਰਨਾ ਸੀ। ਆਪਣਾ ਸਮਾਨ ਵਗੈਰਾ ਰੱਖਿਆ, ਨਾਲੇ ਹੀ ਉਹਨਾਂ ਦਾ ਨਰਸਿੰਗ ਸਟਾਫ ਅੱਧੇ ਘੰਟੇ ਬਾਅਦ ਆ ਗਿਆ। ਇਹ ਰੂਮ ਫਟਾਫਟ ਖਾਲੀ ਕਰੋ, ਤੁਸੀਂ ਦੂਜਾ ਪੇਸ਼ੈਂਟ ਆਣਾ, ਤੁਹਾਡਾ ਪੇਸ਼ੈਂਟ ਅਜੇ ਆਇਆ ਨਹੀਂ ਹੈਗਾ, ਇਹ ਰੂਮ ਰੈਡੀ ਪਿਆ ਸੀ, ਇਹੀ ਰੂਮ ਲੈ ਲਾਂਗੇ। ਅਗਲੇ ਕੀਸ ਚੱਕ ਕੇ ਚਲੇ ਗਏ। ਔਰ ਐਡੀ ਬਦਤਮੀਜ਼ੀ ਦੇ ਨਾਲ ਸਾਨੂੰ ਟਰੀਟ ਕੀਤਾ ਗਿਆ ਕਿ ਤੁਸੀਂ ਰੂਮ 'ਚੋਂ ਬਾਹਰ ਹੋਵੋ, ਇੱਦਾਂ ਉੱਦਾਂ। ਚਲੋ ਅਸੀਂ ਰੂਮ 'ਚੋਂ ਬਾਹਰ ਹੋਏ, ਥੋੜ੍ਹੀ ਬਹਿਸ ਬੂਸ ਵੀ ਹੋਈ। 1 ਘੰਟੇ ਬਾਅਦ ਫਿਰ ਸਾਨੂੰ ਦੂਸਰਾ ਰੂਮ ਅਲਾਟ ਕੀਤਾ ਗਿਆ। 2 ਘੰਟੇ ਬਾਅਦ ਉਹ ਵੀ ਰੂਮ 'ਚੋਂ ਸੇਮ ਰੌਲਾ ਪਾਉਣ ਲੱਗ ਗਏ, ਇਹ ਰੂਮ ਜੀ ਛੱਡੋ ਜੀ ਤੁਸੀਂ, ਇੱਦਾਂ ਉੱਦਾਂ, ਤੇ ਇਹ ਰੂਮ ਤੁਹਾਨੂੰ ਅਲਾਟ ਨਹੀਂ ਹੋ ਸਕਦਾ ਵਗੈਰਾ ਵਗੈਰਾ। ਮੈਂ ਫਿਰ ਨੀਚੇ ਜਾ ਕੇ ਗੱਲ ਕੀਤੀ, ਕਹਿੰਦੇ ਸਰ ਤੁਹਾਡੀ ਜਿਹੜੀ ਐਲੀਜੀਬਿਲਟੀ ਹੈ ਨੌਨ AC ਰੂਮ ਦੀ ਹੈ। ਮੈਂ ਕਿਹਾ ਸਰ ਮੈਨੂੰ ਨੌਨ AC ਰੂਮ ਦੇ ਦਿਓ, ਮੈਨੂੰ ਕੋਈ ਇਸ਼ੂ ਨਹੀਂ ਹੈ। ਨਹੀਂ ਸਰ, ਸਾਡੇ ਕੋਲ ਨੌਨ AC ਰੂਮਸ ਨਹੀਂ ਹੈਗੇ, ਉਹਨਾਂ ਦੀ ਹਾਲਤ ਚੰਗੀ ਨਹੀਂ ਹੈਗੀ। ਸਾਡੇ ਕੋਲ AC ਰੂਮਸ ਹੈ, ਉਹਦੇ ਤੁਹਾਨੂੰ ਐਕਸਟਰਾ ਪੇ ਕਰਨੇ ਪੈਣਗੇ। ਤੁਹਾਡੇ ਕੋਲ ਫੈਸਿਲਿਟੀ ਨਹੀਂ ਹੈਗੀ, ਐਕਸਟਰਾ ਪੇ ਮੈਂ ਕਰਾਂਗਾ। ਉਹਦੇ ਲਈ ਵੀ ਅਸੀਂ ਅਗਰੀ ਹੋ ਗਏ, ਕੋਈ ਗੱਲ ਨਹੀਂ ਸਰ ਅਸੀਂ ਐਕਸਟਰਾ ਪੇ ਕਰਾਂਗੇ। ਸੈਮੀ ਰੂਮ ਸਾਨੂੰ ਮਿਲ ਗਿਆ, ਐਕਸਟਰਾ ਪੇ ਕਰਕੇ AC ਅਸੀਂ ਲੈ ਲਿਆ। ਉੱਥੇ ਅਸੀਂ ਸਮਾਨ ਸ਼ਿਫਟ ਕੀਤਾ। ਮਾਰਨਿੰਗ ਦੇ ਵਿੱਚ ਫਿਰ ਦੁਬਾਰਾ ਸੇਮ ਇਸ਼ੂ, ਸਰ ਰੂਮ ਖਾਲੀ ਕਰੋ, ਇਹ ਵਾਲਾ ਸਾਡੇ ਦੂਸਰੇ ਪੇਸ਼ੈਂਟ ਨੇ ਆਉਣਾ ਵਾ, ਸੈਮੀ ਰੂਮ ਤੁਸੀਂ ਲੈ ਨਹੀਂ ਸਕਦੇ, ਸੈਮੀ ਰੂਮ ਦੇ ਵਿੱਚ ਦੂਸਰਾ ਪੇਸ਼ੈਂਟ ਨਾਲ ਆਏਗਾ। ਅਸੀਂ ਕਿਹਾ ਬਈ ਕੋਵਿਡ ਚੱਲਦਾ ਪਿਆ ਵਾ, ਇਸ ਟਾਈਮ 'ਚ ਕੌਣ ਨਾਲ ਨਾਲ ਪੇਸ਼ੈਂਟਸ ਰੱਖਦਾ ਵਾ, ਉਹ ਵੀ ਇੱਕ ਰੂਮ ਦੇ ਵਿੱਚ। ਫਿਰ ਅਸੀਂ 500 ਐਕਸਟਰਾ ਪੇ ਕੀਤੇ, ਪ੍ਰਾਈਵੇਟ ਰੂਮ ਅਲੱਗ ਲਿੱਤਾ ਜਿਹੜੇ ਸਿੰਗਲ ਬੈੱਡ ਲੱਗਾ ਹੋਵੇ। ਵਰਸਟ ਐਕਸਪੀਰੀਅੰਸ, 3 ਵਾਰ ਅਸੀਂ ਰੂਮ ਚੇਂਜ ਕੀਤਾ। ਸੈਕਿੰਡ, ਮੇਰੀ ਵਾਈਫ ਨੂੰ ਘੰਟੇ ਬਾਅਦ ਡਾਕਟਰਸ ਨੇ ਕਿਹਾ ਸੀ ਕਿ ਜੀ ਗਲੂਕੋਜ਼ ਵਗੈਰਾ ਲੱਗਣਾ ਤੇ ਤੁਸੀਂ 1-1 ਘੰਟੇ ਬਾਅਦ ਨਰਸਿੰਗ ਸਟਾਫ ਨੂੰ ਕਿਹਾ ਗਿਆ ਕਿ ਤੁਸੀਂ ਜੀ ਗਲੂਕੋਜ਼ ਇਹਨਾਂ ਨੂੰ 1-1 ਘੰਟੇ ਬਾਅਦ ਲਗਾਉਣਾ, ਕਿ ਆਊਟਪੁੱਟ ਨਿਕਲਣਾ ਬਹੁਤ ਜ਼ਰੂਰੀ ਹੈ। ਜਿਹੜੇ ਇਹਨਾਂ ਦੇ ਅੰਦਰ ਜ਼ਹਿਰ ਵਗੈਰਾ ਉਹ ਸਾਰਾ ਬਾਹਰ ਨਿਕਲੇਗਾ ਯੂਰਿਨ ਦੇ ਥਰੂ। ਜਿਹੜਾ ਗਾਇਨੀ ਵਾਰਡ ਦਾ ਨਰਸਿੰਗ ਸਟਾਫ ਸੀ, ਉਹਨਾਂ ਨੇ 1-1 ਆਵਰ ਬਾਅਦ ਗਲੂਕੋਜ਼ ਵਗੈਰਾ ਚੇਂਜ ਕਰਦੇ ਰਹੇ। ਜਦੋਂ ਆਪਾਂ ਪ੍ਰਾਈਵੇਟ ਰੂਮ ਸਾਈਡ ਆਏ ਪੇਸ਼ੈਂਟ ਨੂੰ ਲੈ ਕੇ, ਇਹਨਾਂ ਨੇ ਗਲੂਕੋਜ਼ ਹੋ ਗਿਆ ਖਤਮ। ਮੈਂ ਘੱਟੋ ਘੱਟ 6 ਵਾਰ ਜਾ ਕੇ ਸਟਾਫ ਨੂੰ ਕਿਹਾ ਕਿ ਸਰ ਗਲੂਕੋਜ਼ ਖਤਮ ਹੋ ਗਿਆ ਵਾ ਤੇ ਇਹਨੂੰ ਚੇਂਜ ਕਰ ਦਿਓ। ਹਜੇ ਸਾਡੀ ਸ਼ਿਫਟ ਚੇਂਜ ਹੋਈ ਹੈ, ਸੋ ਸੀਰੀਜ਼ ਵਾਈਜ਼ ਆਓਗੇ। ਕਰਦੇ ਕਰਾਉਂਦੇ ਇਹਨਾਂ ਨੇ 2.5 ਘੰਟੇ ਫਲੂਇਡ ਨਹੀਂ ਚੇਂਜ ਕੀਤਾ, ਗਲੂਕੋਜ਼ ਨਹੀਂ ਚੇਂਜ ਕੀਤਾ, ਜਿਹਦੇ ਕਰਕੇ ਜਿਹੜਾ ਆਊਟਪੁੱਟ ਸੀ ਨਹੀਂ ਆਇਆ। ਰੱਬ ਦੀ ਮਿਹਰ ਨਾਲ 10-10:30 ਵਜੇ ਡਾਕਟਰ ਵਿਜ਼ਿਟ 'ਤੇ ਆ ਗਿਆ। ਉਹਨਾਂ ਨੇ ਚੈੱਕ ਕੀਤਾ ਕਿ ਆਊਟਪੁੱਟ ਘੱਟ ਹੈ ਤੇ ਉਹਨਾਂ ਨੂੰ ਪਤਾ ਲੱਗ ਗਿਆ। ਸਾਨੂੰ ਲੱਗਾ ਨੋਰਮਲ ਜੀ ਗੱਲ ਹੈ। ਫਿਰ ਮਤਲਬ ਕਿ ਤੇ ਡਾਕਟਰ ਉਹਨਾਂ ਨੂੰ ਝੂੜਿਆ ਕਿ ਬਾਹਰ ਜਾ ਕੇ ਪਤਾ ਨਹੀਂ ਆਪਸ 'ਚ ਗੱਲ ਕਰ ਰਹੇ ਸੀਗੇ। ਡਾਕਟਰ ਬੜਾ ਖਿੱਚ ਕੇ ਬੋਲ ਰਿਹਾ ਸੀ। ਨੈਕਸਟ ਡੇ ਅਸੀਂ ਜਦੋਂ ਡਾਕਟਰ ਨੂੰ ਮਿਲੇ ਤੇ ਡਾਕਟਰ ਨੇ ਸਾਨੂੰ ਦੱਸਿਆ ਕਿ ਸਰ ਉਹ ਐਡੀ ਵੱਡੀ ਲਾਪਰਵਾਹੀ ਸੀਗੀ ਕਿ ਜੇ
ਉਸ ਟਾਈਮ ਦੇ ਉੱਤੇ ਡਾਕਟਰ ਰਾਏ ਮੈਂ ਵਿਜ਼ਿਟ ਨਾ ਕਰਦਾ ਤੇ ਤੁਹਾਡਾ ਜਿਹੜਾ ਪੇਸ਼ੈਂਟ ਹੈ ਉਹ 110% ਐਮਰਜੈਂਸੀ ਵਾਰਡ ਦੇ ਵਿੱਚ ਹੁੰਦਾ, ਕ੍ਰਿਟੀਕਲ ਕੰਡੀਸ਼ਨ ਦੇ ਵਿੱਚ, ਤੇ ਤੁਸੀਂ ਬਾਹਰ ਬਹਿ ਕੇ ਪ੍ਰੇ ਕਰ ਰਹੇ ਹੁੰਦੇ ਕਿ ਹੇ ਭਗਵਾਨ ਮੇਰੀ ਵਾਈਫ ਨੂੰ ਬਚਾ ਲਓ। ਦੈਟ ਟਾਈਮ ਮੈਂ ਸੱਚੀ ਡਰ ਗਿਆ ਸੀ, ਕਿਉਂਕਿ ਮੈਨੂੰ ਇੱਕ ਵਾਰੀ ਆਪਣੀ ਵਾਈਫ ਆਪਣੇ ਕੋਲੋਂ ਜਾਂਦੀ ਦਿਸੀ ਸੀ। ਐਡੀ ਵੱਡੀ ਇਗਨੋਰੈਂਸ ਇੱਕ ਪੇਸ਼ੈਂਟ ਨੂੰ ਲੈ ਕੇ ਕਿ ਉਹਦੀ ਲਾਈਫ ਖਤਰੇ 'ਚ ਆ ਜਾਵੇ, ਦੈਨ ਆਈ ਡੋਂਟ ਥਿੰਕ ਕਿ ਤੁਹਾਡੇ ਕੋਲ ਹਸਪੀਟਲ ਦਾ ਲਾਇਸੈਂਸ ਵੀ ਹੋਣਾ ਚਾਹੀਦਾ। ਇੱਦਾਂ ਦੀਆਂ ਮਿਸਟੇਕਸ ਨਹੀਂ ਹੁੰਦੀਆਂ ਹਸਪੀਟਲਸ ਦੇ ਵਿੱਚ ਕਿ ਤੁਸੀਂ ਜਿਹੜਾ ਉਹਦੇ ਗਲੂਕੋਸ ਲਗਾਉਣਾ ਹੈ, ਔਰ ਤੁਹਾਨੂੰ ਜਿਹੜੇ ਵੀ ਫੈਮਿਲੀ ਮੈਂਬਰਸ ਆ ਉਹ ਕਹਿ ਰਹੇ ਆ ਵਾਰ-ਵਾਰ ਕਿ ਸਰ ਗਲੂਕੋਸ ਲਗਾਓ, ਤੁਸੀਂ ਨਹੀਂ ਲਗਵਾ ਰਹੇ। ਫਰਸਟ ਨਰਸਿੰਗ ਸਟਾਫ, ਫਰਸਟ ਐਕਸਪੀਰੀਅੰਸ। ਥਰਡ, ਵਾਈਫ ਮੇਰੀ ਨੈਕਸਟ ਡੇ ਡਿਸਚਾਰਜ ਹੋ ਗਈ, ਠੀਕ ਹੈ। ਪਹਿਲੇ ਤਾਂ ਨੈਕਸਟ ਡੇ ਡਿਸਚਾਰਜ ਕਰਦੇ ਨਹੀਂ ਹੈ, ਨॉर्मल डिलीवरी ਵਾਲਿਆਂ ਨੂੰ ਨਹੀਂ ਕਰਦੇ, ਸੀ ਸੈਕਸ਼ਨ ਵਾਲਿਆਂ ਨੂੰ ਤਾਂ ਬਿਲਕੁਲ ਹੀ ਨਹੀਂ ਕਰਦੇ, ਬਟ ਨੈਕਸਟ ਡੇ ਡਿਸਚਾਰਜ ਹੋ ਗਈ। ਇੱਥੇ ਵੀ ਮੇਰੀ ਇਹ ਸੋਚ ਹੈ, ਸ਼ਾਇਦ 16,000 ਦਾ ਪੈਨਲਮੈਂਟ ਸੀ ਤੇ ਇਸ ਕਰਕੇ ਹੋ ਸਕਦੀ ਹੈ, ਪਰ ਇਹ ਮੇਰੀ ਸੋਚ ਹੈ, ਜ਼ਰੂਰੀ ਨਹੀਂ ਹੈ ਕਿ ਸੱਚ ਹੋਵੇ, ਠੀਕ ਹੈ। ਤੇ ਉਸ ਤੋਂ ਬਾਅਦ ਉਹਨੇ ਹੁਣ ਮੇਰਾ ਨਿਆਣਾ ਜਿਹੜਾ ਸੀਗਾ ਉਹ ਨਹੀਂ ਡਿਸਚਾਰਜ ਹੋਇਆ, ਉਹ 2 ਦਿਨ ਬਾਅਦ ਹੋਣਾ ਸੀ। ਵਾਈਫ ਡਿਸਚਾਰਜ ਹੋ ਗਈ ਹੈ, ਸਾਨੂੰ ਹਸਪੀਟਲ 'ਚ ਹੀ ਰਹਿਣਾ ਪੈਣਾ ਮਦਰ ਨੂੰ। ਪ੍ਰਾਈਵੇਟ ਰੂਮ ਤੋਂ ਗਾਇਨੀ ਵਾਰਡ ਜਾਣਾ ਸੀ, ਤੁਰਨ ਦੀ ਹਿੰਮਤ ਨਹੀਂ ਹੈਗੀ। ਉਸ ਦੇ ਬਾਵਜੂਦ ਨਰਸਿੰਗ ਸਟਾਫ ਨੇ ਕੋਈ ਵੀ ਵੀਲਚੇਅਰ ਵਗੈਰਾ ਪ੍ਰੋਵਾਈਡ ਨਹੀਂ ਕੀਤੀ। ਮੇਰੀ ਵਾਈਫ ਪੈਦਲ ਗਾਇਨੀ ਵਾਰਡ ਤੱਕ ਗਈ, ਔਰ ਡਿਫਰੈਂਸ ਕਾਫੀ ਸੀਗਾ, ਮਤਲਬ ਕਮ ਸੇ ਕਮ 2 to 300 ਮੀਟਰਸ ਸੀਗਾ। ਇੱਕ ਆਪਰੇਟ ਹੋਇਆ ਪਰਸਨ ਦਾ ਕੱਲ, ਹਜੇ ਉਹਨੂੰ 24 ਆਵਰਸ ਵੀ ਨਹੀਂ ਹੋਏ ਤੇ ਤੁਸੀਂ ਉਹਨੂੰ ਵਾਕ ਕਰਕੇ ਭੇਜਤਾ ਵਾ, ਉਹਦੇ ਪੇਨ ਵਗੈਰਾ ਸਟਾਰਟ ਹੋ ਗਈ। ਕੋਈ ਗੱਲ ਨਹੀਂ, ਸਾਡੀ ਗਲਤੀ ਹੈ, ਅਸੀਂ ਤੁਹਾਡੇ ਕੋਲ ਇਲਾਜ ਕਰਾਉਣ ਆਏ ਹਾਂ। ਉਸ ਤੋਂ ਬਾਅਦ ਫੋਰਥ, ਡਿਸਚਾਰਜ ਸਮਰੀ ਮਿਲਦੀ ਹੈ ਡਿਸਚਾਰਜ ਹੋਣ 'ਤੇ। ਡਿਸਚਾਰਜ ਸਮਰੀ ਸਾਨੂੰ ਦਿੱਤੀ ਹੀ ਨਹੀਂ ਗਈ। ਸ਼ਾਮ ਨੂੰ ਮੇਰੀ ਵਾਈਫ ਦੇ ਪੇਨ ਵਗੈਰਾ ਸ਼ੁਰੂ ਹੋ ਗਈ। ਮੇਰੀ ਵਾਈਫ ਮੈਡੀਕਲ ਦੀ ਸੀਟ 'ਤੇ ਬੈਠਦੀ ਹੈ BSNL ਦੇ ਵਿੱਚ, ਸੋ ਉਹਨੂੰ ਪਤਾ ਹੈ ਕਿ ਵੀ ਡਿਸਚਾਰਜ ਸਮਰੀ ਮਿਲਦੀ ਹੈ। ਉਹਨੇ ਮੈਨੂੰ ਕਿਹਾ, ਕਹਿੰਦੀ ਚਿਰਾਗ ਡਿਸਚਾਰਜ ਸਮਰੀ ਮਿਲੀ ਹੋਏਗੀ, ਉੱਥੇ ਮੇਰਾ ਨੈਕਸਟ ਟ੍ਰੀਟਮੈਂਟ ਹੋਏਗਾ, ਮੈਡੀਸਿਨਸ ਹੋਣਗੀਆਂ। ਮੈਂ ਕਿਹਾ ਅੱਛਾ, ਤੇ ਮੈਂ ਗਿਆ ਪ੍ਰਾਈਵੇਟ ਦੇ ਨਰਸਿੰਗ ਸਟਾਫ ਕੋਲ, ਮੈਂ ਕਿਹਾ ਮੈਮ ਡਿਸਚਾਰਜ ਸਮਰੀ ਨਹੀਂ ਮਿਲੀ ਸਾਨੂੰ। ਕਹਿੰਦੇ ਸਰ ਅਸੀਂ ਪਤਾ ਕਰਦੇ ਹਾਂ। 5 ਮਿੰਟ ਬਾਅਦ ਮੈਨੂੰ ਕਹਿ ਰਹੇ ਸਰ ਉਹ ਤਾਂ ਕਾਰਪੋਰੇਟ ਸੈੱਲ ਦੇ ਵਿੱਚ ਹੈਗੀ ਹੈ ਤੇ ਹੁਣ ਤੁਹਾਨੂੰ ਕੱਲ੍ਹ ਸਵੇਰੇ 8 ਵਜੇ ਮਿਲੇਗੀ, ਹਜੇ ਸ਼ਾਮ ਦੇ 7 ਵਜੇ ਸੀ। ਮੈਂ ਕਿਹਾ ਮੈਮ ਮੇਰੀ ਵਾਈਫ ਦੇ ਹੋ ਰਹੀ ਹੈ ਪੇਨ, ਉਹਦੇ 'ਚ ਮੈਡੀਸਿਨਸ ਵਗੈਰਾ ਲਿਖੀਆਂ ਹੋਗੀਆਂ, ਸੋ ਮੈਨੂੰ ਡਿਸਚਾਰਜ ਸਮਰੀ ਚਾਹੀਦੀ ਹੈ। ਸਰ ਕਾਰਪੋਰੇਟ ਸੈੱਲ ਤਾਂ ਬੰਦ ਹੋ ਗਿਆ ਹੋਇਆ, ਅਸੀਂ ਡਿਸਚਾਰਜ ਸਮਰੀ ਨਹੀਂ ਪ੍ਰੋਵਾਈਡ ਕਰ ਪਾਵਾਂਗੇ। ਕੋਈ ਨਹੀਂ, ਕੱਲ੍ਹ ਸਵੇਰੇ 8 ਵਜੇ ਲੈ ਲਿਓ। ਯਾਰ ਤੁਸੀਂ ਲੋਕ ਪਾਗਲ ਹੋ। ਮੈਨੂੰ ਇੱਕ ਗੱਲ ਦੱਸੋ, ਇੱਕ ਪੇਸ਼ੈਂਟ ਹੈ, ਉਹ ਪੇਨ ਦੇ ਵਿੱਚ ਹੈਗਾ, ਉਹਨੂੰ ਮੈਡੀਸਿਨ ਦੀ ਲੋੜ ਹੈ ਜਿਹੜੀ ਡਾਕਟਰ ਨੇ ਪ੍ਰਸਕ੍ਰਾਈਬ ਕੀਤੀ ਹੈ, ਤੁਸੀਂ ਉਹਨੂੰ ਡਿਸਚਾਰਜ ਸਮਰੀ ਨਹੀਂ ਦੇ ਰਹੇ ਜਿਹਦੇ 'ਤੇ ਮੈਡੀਸਿਨਸ ਲਿਖੀਆਂ ਹੋਈਆਂ ਨੇ। ਵਾਟ ਕਾਈਂਡ ਆਫ ਸਰਵਿਸ ਯੂ ਆਰ ਪ੍ਰੋਵਾਈਡਿੰਗ ਟੂ ਅਸ। ਉਸ ਤੋਂ ਬਾਅਦ ਉੱਥੇ ਕੋਈ ਭਲਾ ਰੱਬ ਦਾ ਬੰਦਾ, ਸਵੀਪਰ ਸੀਗੀ ਕੋਈ, ਉਹਨੇ ਲੜ ਝਗੜ ਕੇ ਕਾਰਪੋਰੇਟ ਸੈੱਲ ਦੇ ਵਿੱਚੋਂ ਤੇ ਕਢਵਾਈ ਡਿਸਚਾਰਜ ਸਮਰੀ ਕਿ ਵੀ ਪੇਸ਼ੈਂਟ ਦੇ ਪੇਨ ਹੋ ਰਹੀ ਹੈ ਤੇ ਤੁਸੀਂ ਕਢਵਾਓ। ਤਾਂ ਸਾਨੂੰ ਡਿਸਚਾਰਜ ਸਮਰੀ ਮਿਲੀ ਰਾਤੀ 9 ਵਜੇ। 9 ਵਜੇ ਜਾ ਕੇ ਮੈਂ ਉਹਨਾਂ ਕੋਲੋਂ ਲਿਆਂਦੀ, ਆਪਣਾ ਮੈਡੀਸਿਨ ਲਿਆਂਦੀ ਤੇ ਆਪਣੀ ਵਾਈਫ ਨੂੰ ਦਿੱਤੀ ਤੇ ਉਹ ਤੁਹਾਨੂੰ ਥੋੜ੍ਹਾ ਜਿਹਾ ਰਿਲੀਫ ਮਿਲਿਆ। 5th, ਇੰਨੇ ਜ਼ਿਆਦਾ ਕਾਰਪੋਰੇਟ ਸੈੱਲ ਨੇ ਮੇਰੇ ਗੇੜੇ ਲਵਾਏ, ਇੰਨੇ ਕੁ ਜ਼ਿਆਦਾ। ਇੱਕ ਮਿੰਟ ਬਾਅਦ ਸਰ ਆਹ ਲਿਆ ਦਿਓ, ਸਰ ਉਹ ਲਿਆ ਦਿਓ, ਆਹ ਮੈਡੀਸਿਨ ਚਾਹੀਦੀ ਹੈ, ਆਹ ਮੈਡੀਸਿਨ ਚਾਹੀਦੀ ਹੈ। ਕਿਉਂ ਮੰਗਵਾ ਰਹੇ ਹੋ ਤੁਸੀਂ ਮੇਰੇ ਤੋਂ? ਸਾਰਾ ਕੁਝ ਆਪਣਾ ਪੇਡ ਹੈ, ਮੈਂ ਕੈਸ਼ 'ਚ ਪੇਮੈਂਟ ਨਹੀਂ ਕਰ ਰਿਹਾ, BSNL ਵੱਲੋਂ ਪੇਮੈਂਟ ਹੋਏਗੀ, ਐਮਪੈਨਲਡ ਹੈ, ਓਕੇ। ਦੈਨ ਤੁਸੀਂ ਮੈਨੂੰ ਕਿਉਂ ਕਹਿ ਰਹੇ ਹੋ ਕਿ ਜੀ ਤੁਸੀਂ ਆਹ ਚੀਜ਼ ਲਿਆਓ, ਉਹ ਚੀਜ਼ ਲਿਆਓ? ਜਦ ਪੇਡ ਹੈ ਤੁਸੀਂ ਆਪਣਾ ਸਟਾਫ ਮੈਂਬਰ ਭੇਜੋ। 15 ਤੋਂ 20 ਗੇੜੇ ਇਹਨਾਂ ਨੇ ਮੇਰੇ ਲਵਾਏ, ਪਰ ਤੁਸੀਂ ਸਮਝ ਸਕਦੇ ਹੋ ਕਿ ਕਿੰਨਾ ਕੁ ਮੁਸ਼ਕਿਲ ਐਕਸਪੀਰੀਅੰਸ ਰਿਹਾ ਹੋਏਗਾ ਮੇਰੇ ਲਈ। ਇਕੱਲਾ ਜਨਾਬ ਫਸਟ ਫਲੋਰ ਦੇ ਉੱਤੇ ਗਾਇਨੀ ਵਾਰਡ ਸੀ, ਗਰਾਊਂਡ ਫਲੋਰ ਦੇ ਉੱਤੇ ਬਾਹਰ ਜਾ ਕੇ ਮੈਡੀਕਲ ਦੀ ਸ਼ਾਪ ਸੀ। ਵਾਰ-ਵਾਰ ਮੈਂ ਗੇੜੇ ਲਗਾ ਰਿਹਾ, ਆ ਰਿਹਾ, ਜਾ ਰਿਹਾ। ਚਲੋ ਮੈਂ ਵਿੱਚ ਨਹੀਂ ਸੀਗਾ ਤੇ ਮੇਰੀ ਮਦਰ ਗੇੜੇ ਲਾਉਂਦੇ ਸੀਗੇ, ਚਲੋ ਕੋਈ ਗੱਲ ਨਹੀਂ, ਅਸੀਂ ਉਹ ਵੀ ਲਗਾ ਲਏ। 6th, ਹੁਣ ਟਾਈਮ ਆ ਗਿਆ, ਜਿਹੜੀ ਪੇਡ ਫਾਈਲ ਸੀਗੀ ਉਹ ਸਟਾਰਟ ਹੋਣੀ ਸੀ ਤੇ ਜਿਹੜੀ ਕੈਸ਼ ਫਾਈਲ ਸੀ ਉਹ ਬੰਦ ਹੋਣੀ ਸੀ। ਹੁਣ ਉਹਦੇ ਲਈ ਪਹਿਲੇ ਮੈਨੂੰ ਕੈਸ਼ ਪੇਮੈਂਟ ਕਰਨੀ ਪੈਣੀ ਸੀ, ਸੋ ਉਹਦੇ ਲਈ ਉਹਨਾਂ ਨੇ ਮੈਨੂੰ ਬੁਲਾਇਆ ਕਿ ਸਰ ਆ ਜਾਓ ਤੁਸੀਂ ਪੇਮੈਂਟ ਕਰ ਦਿਓ। ਮੈਂ ਕਿਹਾ ਠੀਕ ਹੈ ਜੀ। ਮੈਂ ਅੱਧੇ ਘੰਟੇ ਬਾਅਦ 15 ਮਿੰਟ ਬਾਅਦ ਪਹੁੰਚ ਗਿਆ ਨੀਚੇ। 2 ਘੰਟੇ ਮੈਨੂੰ ਆਪਣੇ ਨਾਲ ਘੁਮਾਉਂਦੇ ਰਹੇ ਗੋਲ-ਗੋਲ, ਉੱਪਰ ਥੱਲੇ, ਪੇਮੈਂਟ ਨਹੀਂ ਕਰਵਾਈ। ਸ਼ਾਇਦ 1000 ਰੁਪਏ ਦੀ ਜਾਂ 850 ਦੀ ਪੇਮੈਂਟ ਸੀ। ਉਸ ਤੋਂ ਬਾਅਦ ਕਹਿੰਦੇ ਸਰ ਕੋਈ ਨਹੀਂ, ਤੁਸੀਂ ਕੰਮ ਕਰਿਓ, ਕੱਲ੍ਹ ਆ ਜਿਓ, ਕੱਲ੍ਹ ਆਪਾਂ ਕਰਵਾ ਲਾਂਗੇ। ਬਾਊ ਜੀ ਸਵੇਰੇ 6 ਵਜੇ ਇਹਨਾਂ ਦੀ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਸਰ ਉਹ ਫਾਈਲ ਬੰਦ ਕਰਾਉਣੀ ਹੈ, ਤੁਸੀਂ ਪਲੀਜ਼ ਆ ਕੇ ਪੇਮੈਂਟ ਕਰ ਦਿਓ।
6 ਤੋਂ ਲੈ ਕੇ 10 ਵਜੇ 9 ਵਜੇ ਤੱਕ ਇਹਨਾਂ ਨੇ ਇੰਨਾ ਕੁ ਜ਼ਿਆਦਾ ਮੁਸ਼ਕਿਲ 'ਚ ਮੈਨੂੰ ਪਾ ਦਿੱਤਾ ਵੀ ਸੋਚ ਨਹੀਂ ਸਕਦੇ। ਘੱਟੋ ਘੱਟ 15 ਤੋਂ 20 ਟਾਈਮ ਕਾਲਸ। ਯਾਰ ਮੇਰੀ ਮਿਸਟੇਕ ਹੈ, ਮੈਂ ਤੁਹਾਡੇ ਨਾਲ ਇੱਕ ਦਿਨ ਪਹਿਲੇ ਘੁੰਮਦਾ ਪਿਆ ਸੀ ਕਰਵਾਉਣ ਲਈ, ਤੁਸੀਂ ਕੁਝ ਨਹੀਂ ਕੀਤਾ। 10 ਵਜੇ ਮੈਂ ਪਹੁੰਚਿਆ, ਉਸ 10 ਵਜੇ ਪਹੁੰਚਣ ਤੋਂ ਬਾਅਦ ਇਹਨਾਂ ਨੇ ਫਾਈਲ ਕਲੀਅਰ ਕਦੋਂ ਤੱਕ ਕਰਾਈ? 12 ਵਜੇ ਤੱਕ। 2 ਘੰਟੇ ਇਹਨਾਂ ਨੇ ਫਿਰ ਮੇਰੇ ਵੇਸਟ ਕੀਤੇ। ਇੱਕ ਲਾਸਟ ਥਿੰਗ ਰਹਿ ਗਈ ਜਿਹੜੀ ਕਿ ਸੀਗੀ ਰਿਫੰਡ। ਜਦੋਂ ਫਾਈਲ ਕਲੋਜ਼ ਹੁੰਦੀ ਹੈ 2 ਦਿਨ ਦੇ ਵਿੱਚ ਅਸੀਂ ਪੇਮੈਂਟ ਰਿਫੰਡ ਲੈਣੀ ਹੁੰਦੀ ਹੈ। ਉਹ ਮੈਂ ਰਿਫੰਡ ਲਈ ਅਪਲਾਈ ਕੀਤਾ, 1800 ਕੁਛ ਦੀ ਪੇਮੈਂਟ ਬਣੀ, ਠੀਕ ਹੈ ਜੀ। ਮੇਰੀ ਵਾਈਫ ਡਿਸਚਾਰਜ ਹੋ ਗਈ, ਮੇਰਾ ਨਿਆਣਾ ਡਿਸਚਾਰਜ ਹੋ ਗਿਆ। ਉਸ ਤੋਂ 5 ਦਿਨ ਤੱਕ ਮੈਂ ਮੈਸੇਜ ਪਾਉਂਦਾ ਰਿਹਾ, ਮੈਨੂੰ ਰਿਫੰਡ ਨਹੀਂ ਆਇਆ। ਇਟਸ ਨॉट ਅਬਾਊਟ ਦਾ ਮਨੀ, ਇਟਸ ਅਬਾਊਟ ਦਾ ਸਰਵਿਸ। ਚਲੋ ਉਸ ਤੋਂ ਬਾਅਦ ਇੱਕ ਦਿਨ ਮੈਂ ਹਸਪੀਟਲ ਵਿਜ਼ਿਟ ਕਰਨਾ ਸੀ, ਸੋ ਮੈਂ ਉਹਨਾਂ ਨੂੰ ਕਿਹਾ ਕਿ ਜੀ ਅੱਜ ਮਤਲਬ ਕਿ ਕਰ ਦਿਓ, ਕਹਿੰਦੇ ਜੀ ਕਰ ਦਾਂਗੇ। ਗਏ ਅਸੀਂ, 1550 ਰਿਫੰਡ ਆਇਆ, 250 ਰੁਪਏ ਫਿਰ ਰਹਿ ਗਏ। ਇਟਸ ਨॉट ਅਬਾਊਟ ਦਾ ਅਮਾਊਂਟ, ਇਟਸ ਅਬਾਊਟ ਦਾ ਸਰਵਿਸ। ਓਕੇ, 20th ਨੂੰ ਅਸੀਂ ਡਿਸਚਾਰਜ ਹੋ ਗਏ ਸੀਗੇ। ਅੱਜ 12 ਸਤੰਬਰ ਹੋ ਗਈ ਹੈਗੀ ਹੈ, ਗੱਲ ਨੂੰ 20-25 ਦਿਨ ਹੋ ਗਏ ਹੈ, ਬਟ ਹਜੇ ਤੱਕ ਸਾਨੂੰ ਜਿਹੜੇ ਰਿਮੇਨਿੰਗ ਰਿਫੰਡ ਸੀ ਉਹ ਨਹੀਂ ਆਇਆ। ਮੈਸੇਜ ਵੀ ਪਾ ਚੁੱਕੇ ਹਾਂ, ਨਹੀਂ ਮਿਲਿਆ ਸਾਨੂੰ। ਸੋ ਮਤਲਬ ਹਰ ਚੀਜ਼ ਵੱਲੋਂ ਹੀ ਅਸੀਂ ਪੈਥੈਟਿਕ ਆ, ਅਸੀਂ ਬਹੁਤ ਸਰਵਿਸ ਪ੍ਰੋਵਾਈਡਰਸ ਆ। ਕਿਸੇ ਕੋਲ ਕੰਪਲੇਂਟ ਲੈ ਕੇ ਜਾਓ, ਕੋਈ ਕੰਪਲੇਂਟ ਸੁਣਨ ਵਾਲਾ ਨਹੀਂਗਾ। ਕੋਆਪਰੇਟ ਸੈੱਲ ਦੇ ਵਿੱਚ ਇੱਕ ਜੇ ਤੁਸੀਂ ਕੋਈ ਕੰਮ ਕਰਵਾਉਣਾ ਹੈ, ਅਮਨ ਮੈਮ ਹੈਗੇ, ਇੱਕ ਡਾਕਟਰ ਪੁਸ਼ਪਿੰਦਰ ਹੈਗੇ ਆ, ਇਹ 2 ਪਰਸਨਸ ਨੇ ਜਿਹੜੇ ਤੁਹਾਡੇ ਕੰਮ ਕਰਵਾ ਸਕਦੇ ਆ। ਹੋਰ ਕੋਈ ਵੀ ਸਰਦਾਰ ਜੀ ਹੈ ਜਾਂ ਕੋਈ ਵੀ ਉੱਥੇ EMPLOYE ਹੈ ਕੋਆਪਰੇਟ ਸੈੱਲ 'ਚ, ਕਿਸੇ ਨੇ ਕੁਝ ਨਹੀਂ ਕਰਾਉਣਾ। ਉਹਨੇ ਇਹ ਕਹਿਣਾ ਮੈਂ ਕਰਦਾ ਪਿਆ ਸਰ, ਕੁਝ ਨਹੀਂ ਕਰਵਾਉਣਾ, ਠੀਕ ਹੈ। ਤੁਹਾਡਾ ਜਸਟ ਟਾਈਮ ਵੇਸਟ ਕਰ ਰਹੇ ਆ। ਸੋ ਇਹ ਗੱਲਾਂ ਨੂੰ ਧਿਆਨ ਰੱਖੋ। ਉਸ ਤੋਂ ਬਾਅਦ ਜਦੋਂ ਬੇਬੀ ਮੇਰਾ ਡਿਸਚਾਰਜ ਹੋਇਆ, ਉਹ ਤੇ ਅਸੀਂ ਘਰੇ ਜਾਣਾ ਸੀ, ਲਿਫਟ ਦੇ ਵਿੱਚ ਉਤਰਨਾ ਸੀਗਾ। ਲਿਫਟ ਨਹੀਂ ਸੀ ਚੱਲ ਰਹੀ, ਮੇਰੀ ਵਾਈਫ 'ਚ ਇੰਨੀ ਹਿੰਮਤ ਨਹੀਂ ਸੀ ਕਿ ਉਹ ਪੌੜੀਆਂ ਉਤਰ ਕੇ ਨੀਚੇ ਚੱਲ ਜਾਵੇ, ਠੀਕ ਹੈ। ਵੀਲ ਚੇਅਰ ਸਾਨੂੰ ਪ੍ਰੋਵਾਈਡ ਨਹੀਂ ਕੀਤੀ ਗਈ। ਮੈਂ ਨੀਚੇ ਗੇਟਮੈਨ ਕੋਲ ਗਿਆ, ਮੈਂ ਕਿਹਾ ਸਰ ਲਿਫਟ ਚਲਾ ਦਿਓ ਜੀ, ਬਹੁਤ ਬਹੁਤ ਮਿਹਰਬਾਨੀ ਹੋ ਜਾਏਗੀ ਤੁਹਾਡੀ। ਸਰ ਆ ਲਿਫਟ ਹੈਗੀ, ਲੈ ਜਾਓ ਉੱਪਰ। ਕੋਈ ਲਿਫਟ 'ਚ ਗਾਰਡ ਨਹੀਂ, ਕੁਛ ਨਹੀਂ। ਔਰ ਲਿਫਟ ਵੀ ਕੋਈ ਨੋਰਮਲ ਲਿਫਟ ਨਹੀਂ, ਸਿੰਪਲ ਜਿਹੇ ਬਟਨਾਂ ਵਾਲੀ, ਜਿੱਦਾਂ ਆਪਾਂ ਅੱਜਕੱਲ੍ਹ ਦੇਖਦੇ ਆ। ਬਟਨ ਤਾਂ ਅੰਦਰ ਸਿੰਪਲ ਹੀ ਸੀ, ਬਟ ਗੇਟਸ 2 ਗ੍ਰਿਲਾਂ ਵਾਲੇ ਗੇਟ ਸੀ ਵੱਡੇ ਵੱਡੇ। ਔਖੇ ਸੌਖੇ ਹੋ ਕੇ ਮੈਂ ਬੰਦ ਕੀਤੀ। ਔਰ ਲਿਫਟ ਵੀ ਇੱਦਾਂ ਦੀ ਪਹਿਲੇ ਉੱਪਰ ਜਾਂਦੀ ਹੈ, ਫਿਰ ਨੀਚੇ ਆਉਂਦੇ ਹੋਏ ਬੰਦ ਹੁੰਦੀ ਹੈ। ਚਲੋ ਰੁਕੀ, ਵਿੱਚੇ ਅੱਧੇ ਵਿੱਚ ਹੀ ਰੁਕ ਗਈ, ਹਾਲੇ ਸਟੈਪ ਆਇਆ ਨਹੀਂ ਸੀਗਾ। ਐਡੇ ਔਖੇ ਹੋ ਗਏ ਵੀ ਚਲੋ ਥੱਲੇ ਕਰਕੇ ਫਿਰ ਉਹਨੂੰ ਸਟੈਪ ਚੜਾਇਆ, ਅਸੀਂ ਬੈਠੇ ਵਿੱਚ, ਥੱਲੇ ਉਤਰ ਕੇ ਆਪੇ ਬਾਹਰ ਨਿਕਲੇ, ਜੋ ਵੀ ਕੀਤਾ। ਬਹੁਤ ਹੀ ਵਰਸਟ ਐਕਸਪੀਰੀਅੰਸ ਸੀਗਾ GTB ਦਾ। ਮੈਂ ਬਿਲਕੁਲ ਨਹੀਂ ਰეკਮੈਂਡ ਕਰਦਾ ਕਿ ਤੁਸੀਂ GTB ਜਾਓ। ਜਿਹੜਾ ਪ੍ਰਾਈਵੇਟ ਰੂਮ ਦਾ ਨਰਸਿੰਗ ਸਟਾਫ ਹੈ ਵਰਸਟ ਹੈ, ਠੀਕ ਹੈ। ਤੁਹਾਨੂੰ ਕੁਝ ਨਹੀਂ ਉੱਥੇ ਮਿਲਣਾ, ਸਿਰਫ ਆਪਣੇ ਪੇਸ਼ੈਂਟ ਦੀ ਤੁਸੀਂ ਜਾਨ ਖਤਰੇ 'ਚ ਪਾਓਗੇ ਉੱਥੇ ਜਾ ਕੇ। ਇੱਕ ਮਿਸਟੇਕ ਮੈਂ ਗਿਣਾਣੀ ਭੁੱਲ ਗਿਆ, ਉਹ ਇਹ ਸੀਗੀ ਜਦੋਂ ਮਤਲਬ ਕਿ ਬੇਬੀ ਨੂੰ ਰੱਖ ਲਿਆ ਤੇ ਮੇਰੀ ਵਾਈਫ ਡਿਸਚਾਰਜ ਹੋ ਚੁੱਕੀ ਸੀ, ਫਿਰ ਉਹ ਗਾਇਨੀ ਵਾਰਡ 'ਚ ਅਸੀਂ ਸ਼ਿਫਟ ਹੋ ਗਏ, ਕਿਉਂਕਿ ਪ੍ਰਾਈਵੇਟ ਰੂਮ 'ਤੇ ਮੈਨੂੰ ਜਰਾ ਵੀ ਭਰੋਸਾ ਨਹੀਂ ਸੀ। ਮੈਂ ਕਿਹਾ ਵੀ ਗਾਇਨੀ ਵਾਰਡ ਹੀ ਦੇ ਦਿਓ, ਅਸੀਂ ਖੁਸ਼ ਹਾਂ। ਅਤੇ ਉੱਥੇ ਬੈੱਡ ਪ੍ਰੋਵਾਈਡ ਕੀਤਾ ਗਿਆ ਜਿਹੜਾ ਕਿ ਬਿਲਕੁਲ ਖਰਾਬ। ਜਦੋਂ ਉਹਨੂੰ ਉੱਚਾ ਕਰੋ ਲੈਦਰ ਉਹਦੀ ਇਕੱਠੀ ਹੋ ਜਾਂਦੀ ਸੀ, ਬੈਠਿਆ ਨਹੀਂ ਸੀ ਜਾਂਦਾ। ਮੈਂ ਉਹਨਾਂ ਨੂੰ ਕੰਪਲੇਂਟ ਕੀਤੀ, ਮੈਂ ਕਿਹਾ ਜੀ ਬੈੱਡ ਚੇਂਜ ਕਰ ਦਿਓ ਪਲੀਜ਼, ਰਿਕੁਐਸਟ ਹੈ। ਨਹੀਂ ਸਰ, ਬੈੱਡ ਤਾਂ ਇਹੀ ਮਿਲਦਾ, ਇੱਥੇ ਇਹੀ ਬੈੱਡ ਮਿਲਦਾ, ਬਾਕੀ ਬੈੱਡ ਕੋਈ ਨਹੀਂ ਮਿਲ ਸਕਦੇ। ਕਿਉਂ ਯਾਰ, ਅਸੀਂ ਪੇ ਕਰਕੇ ਤੁਹਾਡੇ ਕੋਲ ਚੀਜ਼ ਲੈ ਰਹੇ ਹਾਂ, ਇੱਦਾਂ ਤੁਸੀਂ ਕਿਉਂ ਕਰ ਰਹੇ ਹੋ ਸਾਡੇ ਨਾਲ? ਫਿਰ ਉਹੀ ਕਿਸੇ ਦੀ ਰੈਫਰੈਂਸ ਪਵਾਈ ਤਾਂ ਜਾ ਕੇ ਮੇਰਾ ਕੰਮ ਹੋਇਆ, ਤਾਂ ਮਤਲਬ ਉਹਨਾਂ ਨੇ ਬੈੱਡ ਚੇਂਜ ਕਰਤਾ। ਮਤਲਬ ਯਾਰ ਮੈਨੂੰ ਹੁਣ ਇਹ ਸਾਡੀ ਸੋਚ ਹੈ, ਅੱਗੇ ਅਸੀਂ ਕਹਿ ਨਹੀਂ ਸਕਦੇ। ਕਿ ਮੈਨੂੰ ਇਹ ਲੱਗਦਾ ਕਿ ਇਹਨਾਂ ਨੂੰ ਸਿਰਫ BSNL ਦੇ ਵਿੱਚ 16,000 ਦਾ ਪੈਕੇਜ ਮਿਲਣਾ ਡਿਲੀਵਰੀ ਟਾਈਮ, ਸੋ ਦੈਟਸ ਵਾਈ ਇਹ ਲੋਕ ਸਾਨੂੰ ਕੋਈ ਫੈਸਿਲਿਟੀ ਪ੍ਰੋਵਾਈਡ ਨਹੀਂ ਕਰ ਰਹੇ, ਸਾਡੇ ਵੱਲ ਧਿਆਨ ਨਹੀਂ ਦੇ ਰਹੇ, ਸਾਨੂੰ ਬੇਵਕੂਫ ਸਮਝ ਰਹੇ ਹੈ। BSNL ਛੱਡੋ, ਮੈਂ ਤਾਂ ਹੋਰਾਂ ਨੂੰ ਵੀ ਨਹੀਂ ਕਹਿੰਦਾ, ਕਿਉਂਕਿ ਜੇ BSNL ਦੀ ਗੱਲ ਨਹੀਂ ਹੈਗੀ ਤਾਂ ਫਿਰ ਇਹ ਵਰਸਟ ਪ੍ਰੋਵਾਈਡਰਸ ਨੇ। ਇੱਥੇ ਆਪਣੇ ਪੇਸ਼ੈਂਟ ਨੂੰ ਲੈ ਕੇ ਜਾਣਾ, ਆਪਣੀ ਜਾਨ ਨੂੰ ਆਪਣੇ ਪੇਸ਼ੈਂਟ ਨੂੰ ਹੱਥੋਂ ਗਵਾਉਣ ਵਾਲਾ ਹਿਸਾਬ ਹੈ। ਜਿਹੜੀ ਉਹ ਫਲੂਇਡ ਵਾਲੀ ਗੱਲ ਦੱਸੀ, ਉਹ ਇੱਕ ਬਹੁਤ ਮੇਜਰ ਮਿਸਟੇਕ ਸੀਗੀ। ਉਸ ਤੋਂ ਬਾਅਦ ਇਹਨਾਂ ਨੇ ਫੀਡਬੈਕ ਫਾਰਮ ਭਰਵਾਇਆ, ਉੱਥੇ ਮੈਂ ਸਪੈਸ਼ਲੀ ਲਿਖ ਕੇ ਆਇਆ, ਸ਼ਾਇਦ ਮਤਲਬ ਕਿ ਇਹਨਾਂ ਨੇ ਵਿੱਚੋਂ ਕੱਟਤੀ ਆਨਲਾਈਨ, ਅਤੇ ਮੈਂ ਇਸ ਕਰਕੇ ਇੱਥੇ ਵੀਡੀਓ ਜ਼ਰੂਰ ਦੱਸ ਰਿਹਾ। ਮੈਂ ਸਪੈਸ਼ਲੀ ਇੱਥੇ ਲਿਖ ਕੇ ਆਇਆ ਕਿ ਆਪਣੇ ਕਾਰਪੋਰੇਟ ਸੈੱਲ ਨੂੰ ਡਸਟਬਿਨ 'ਚ ਸੁੱਟ ਦਿਓ, ਸ਼ਾਇਦ ਤੁਹਾਡੀ ਸਰਵਿਸ ਇੰਪਰੂਵ ਹੋ ਜਾਵੇ। ਸੈਕਿੰਡਲੀ, ਆਪਣੇ ਪ੍ਰਾਈਵੇਟ ਨਰਸਿੰਗ ਸਟਾਫ ਨੂੰ ਬੋਲਣ ਦੀ ਤਮੀਜ਼ ਸਿਖਾਓ। ਜਦੋਂ ਤੁਹਾਡੇ ਸ਼ਿਫਟਸ ਚੇਂਜ ਹੁੰਦੀਆਂ ਵੈ, ਉਦੋਂ ਉਹਨਾਂ ਨੂੰ ਕਹੋ ਕਿ ਉਸੇ ਵੇਲੇ ਪੇਸ਼ੈਂਟਸ ਨੂੰ ਦੇਖਣ। ਇਹ ਚੀਜ਼ਾਂ ਬਹੁਤ ਜ਼ਰੂਰੀ ਨੇ। ਬਾਕੀ ਜੇ ਫਿਰ ਵੀ ਤੁਸੀਂ ਕਹਿੰਦੇ ਹੋ ਕਿ ਜੀ ਅਸੀਂ BSNL EMPLOYEES ਹਾਂ, ਇੰਪੈਨਲਡ ਹੈ, ਅਸੀਂ ਉੱਥੇ ਜਾਣਾ ਹੀ ਹੈ, ਅਤੇ ਫਿਰ ਤੁਸੀਂ ਇਹ ਚੀਜ਼ ਕਰ ਸਕਦੇ ਹੋ, ਪ੍ਰਾਈਵੇਟ ਰੂਮਸ ਨਾ ਲਵੋ।
ਗਾਇਨੀ ਵਾਰਡ 'ਚ ਸ਼ਿਫਟ ਹੋ ਜਾਓ, ਉੱਥੇ ਤੁਹਾਡੀ ਕੇਅਰ ਵੀ ਹੋ ਜਾਏਗੀ, ਤੁਹਾਡਾ ਪੇਸ਼ੈਂਟ ਵੀ ਸੇਫ ਰਹੇਗਾ। ਕੋਈ ਵੀ ਤੁਹਾਨੂੰ ਕੰਮ ਹੈਗਾ ਵਾ ਇੰਪੈਨਲਮੈਂਟ ਤੋਂ ਰਿਲੇਟਿਡ, ਕਾਰਪੋਰੇਟ ਸਾਈਡ 'ਚ ਅਮਨ ਮੈਮ ਹੈਗੇ ਆ, ਤੁਸੀਂ ਉਹਨਾਂ ਨੂੰ ਜਾ ਕੇ ਮਿਲੋ, ਉਹ ਤੁਹਾਡੀ ਸੋਲੂਸ਼ਨ ਦਾ ਹੱਲ ਕਰਵਾ ਦੇਣਗੇ। ਹੋਰ ਕਿ ਇੱਕ ਡਾਕਟਰ ਪੁਸ਼ਪਿੰਦਰ ਦਾ ਆਫਿਸ ਹੈਗਾ ਵਾ ਕਾਰਪੋਰੇਟ ਸਾਈਡ ਦੇ ਲੈਫਟ ਤੇ, ਉਹ ਤੁਹਾਡਾ ਹੱਲ ਕਰਵਾ ਦੇਣਗੇ। ਹੋਰ ਕਿਸੇ ਨੇ ਤੁਹਾਡਾ ਕੋਈ ਹੱਲ ਨਹੀਂ ਕਰਵਾਉਣਾ। ਡਾਕਟਰਸ ਬਹੁਤ ਅੱਛੇ ਨੇ, ਤੁਸੀਂ ਨਾਰਮਲੀ ਇਲਾਜ ਲਈ ਜਾ ਸਕਦੇ ਹੋ, ਬਟ ਐਡਮਿਟ ਹੋਣ ਦੀ ਮੈਂ ਨਹੀਂ ਸੁਜੈਸਟ ਕਰਦਾ। ਮੈਂ ਇੱਕ ਅੱਧੇ ਬੰਦੇ ਨੂੰ ਹੋਰ ਵੀ ਪੁੱਛਿਆ ਵਾ, ਉਹਨਾਂ ਦਾ ਵੀ ਐਕਸਪੀਰੀਅੰਸ ਸਹੀ ਸੀ। ਉਹ ਕਹਿੰਦੇ ਜੀ ਸਾਡਾ ਡਿਲੀਵਰੀ ਟਾਈਮ ਸੀਗਾ, ਉਦੋਂ ਕੋਵਿਡ ਰਿਪੋਰਟ ਕਰਾਈ, ਕਹਿੰਦੇ ਪੋਜ਼ੀਟਿਵ ਹੈਗੀ ਹੈ, ਤੇ ਅਸੀਂ ਦੀਪ ਹਸਪੀਟਲ ਤੋਂ ਫਿਰ ਕਰਵਾਇਆ, ਉੱਥੇ ਕੋਵਿਡ ਰਿਪੋਰਟ ਨੈਗੇਟਿਵ ਆ ਗਈ। ਇਹਦਾ ਮਤਲਬ ਇਹਨਾਂ ਨੇ ਫੇਕ ਰਿਪੋਰਟ ਦੇ ਦਿੱਤੀ ਤਾਂ ਕਿ ਇਹਨਾਂ ਨੂੰ ਡਿਲੀਵਰੀ ਦਾ ਕਰਨਾ ਹੀ ਨਾ ਪਵੇ ਸੀ ਸੈਕਸ਼ਨ, ਕਿਉਂਕਿ ਮਿਲਨੇ ਤਾਂ 14-15 ਹਜ਼ਾਰ ਹੀ ਸੀ, ਬਾਕੀ ਕਸਟਮਰਸ ਤੋਂ 50-60 ਹਜ਼ਾਰ ਮਿਲਨੇ ਸੀ। ਹੁਣ ਮੈਂ ਇੱਕ ਹੋਰ ਪਰਸਨ ਨੂੰ ਪੁੱਛਿਆ ਸੀਗਾ, ਉਹਨਾਂ ਦੇ ਦੋ ਬੱਚੇ ਹੋਏ ਆ ਇੱਥੇ, ਉਹਨਾਂ ਨੇ ਉਹ ਕਹਿੰਦੇ ਜੀ ਸਾਡਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਵਾ। ਮੈਂ ਕਿਹਾ ਤੁਸੀਂ ਵੀ ਇੰਪੈਨਲਮੈਂਟ 'ਚ ਕਰਾਇਆ ਸੀ? ਉਹ ਕਹਿੰਦੇ ਨਹੀਂ, ਅਸੀਂ ਇੰਪੈਨਲਮੈਂਟ 'ਚ ਨਹੀਂ ਸੀ ਕਰਵਾਇਆ। ਤੇ ਇਹਦਾ ਮਤਲਬ ਫਿਰ ਮੈਂ ਉੱਥੇ ਹੀ ਆ ਗਿਆ ਕਿ ਇੰਪੈਨਲਮੈਂਟ ਨਹੀਂ ਸੀ ਤੇ ਸਰਵਿਸ ਅੱਛੀ ਮਿਲ ਗਈ, ਇੰਪੈਨਲਮੈਂਟ ਸੀਗੀ ਤੇ ਸਰਵਿਸ ਵਰਸਟ ਮਿਲ ਗਈ। ਇਹ ਸਾਡਾ ਐਕਸਪੀਰੀਅੰਸ ਸੀਗਾ, ਜਿਹੜਾ ਨਿਊ ਬੋਰਨ ਦਾ ਸਾਡਾ ਐਕਸਪੀਰੀਅੰਸ ਸੀ ਨਾ, ਮੈਂ ਸੋਚਿਆ ਸੀ ਬਹੁਤ ਘੈਂਟ ਹੋਏਗਾ, ਬਟ ਇਹਨਾਂ ਲੋਕਾਂ ਨੇ ਉਹਨੂੰ ਜ਼ੀਰੋ ਕਰਤਾ, ਵਰਸਟ ਕਰਤਾ, ਮੇਰੇ ਡਿਫਿਕਲਟ ਟਾਈਮ ਨੂੰ ਹੋਰ ਜ਼ਿਆਦਾ ਡਿਫਿਕਲਟ ਬਣਾਤਾ। ਮੈਂ ਕਦੀ ਵੀ ਕਿਸੇ ਨੂੰ ਵੀ GTB ਰਿਕਮੈਂਡ ਨਹੀਂ ਕਰਦਾ। ਰੈਸਟ ਇਜ਼ ਯੋਰ ਵਿਸ਼। ਥੈਂਕਸ ਅ ਲੋਟ। ਅੱਜ ਦੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ।